किस तरह ਦੀਆਂ ਸਟਰਗਲ ਫੇਸ ਕੀਤੀ ਜਦੋਂ ਲੈਂਡ ਕੀਤਾ ਤੇ ਇਹ ਨਹੀਂ ਸੀ ਪਤਾ ਕਿ ਕਿੱਥੇ ਜਾਣਾ। ਵੀ ਕੇਮ ਵਿਦ $500 ਐਂਡ ਵਨ ਬੈਕਪੈਕ। I start from the gas station। ਬੜਾ ਮਤਲਬ ਟਫ ਸੀ। 2 ਸਾਲ ਕੋਈ ਇੰਡੀਅਨ ਬੰਦਾ ਇੱਥੇ ਨਹੀਂ ਮਿਲਿਆ। ਅਪਸ ਐਂਡ ਡਾਊਨ ਆਈਆਂ। ਜਦੋਂ ਜੱਟਾਂ ਦੀ ਜ਼ਮੀਨ ਨਹੀਂ ਹੁੰਦੀ ਤੇ ਫਿਰ ਉਹ ਟਰੱਕ ਚਲਾਉਂਦੇ ਨੇ ਜੀ। ਗੋਰਿਆਂ ਨੂੰ ਜਾਂ ਹੋਰਨਾਂ ਨੂੰ ਪਤਾ ਚੱਲਿਆ ਕਿ ਸਿੱਖ ਧਰਮ ਔਰ ਹੋਰਨਾਂ ਧਰਮਾਂ ਦੀ ਜਿਹੜੀ ਦਸਤਾਰ ਹੈ ਇਹਦੇ 'ਚ ਫਰਕ ਹੈ। 95% ਅਮਰੀਕਨ ਨੇ they have no idea who the Sikhs are। racism ਆ ਉਹ ਖਤਮ ਹੋਣਾ ਬੜਾ ਮੁਸ਼ਕਲ ਆ। fear ਆ ਉਹ ਹੈਗਾ। we have still have long way to go। ਸਾਨੂੰ ਕਿਹੋ ਜਿਹੇ ਕਦਮ ਚੁੱਕਣ ਦੀ ਜ਼ਰੂਰਤ ਹੈ। ਕੈਨੇਡਾ ਦੇ ਲੋਕਾਂ ਨੂੰ ਸਿੱਖਾਂ ਬਾਰੇ ਬਹੁਤ ਜ਼ਿਆਦਾ ਪਤਾ, ਪਰ ਅਮਰੀਕਾ ਦੇ ਵਿੱਚ ਉਹ ਚੀਜ਼ ਨਹੀਂ। ਪੋਲੀਟਿਕਸ ਵਿੱਚ ਆਉਣ ਦੀ ਜ਼ਰੂਰਤ ਹੈ। ਲੋਕਾਂ ਨੂੰ ਐਜੂਕੇਟ ਕੀਤਾ ਜਾਵੇ। ਗੁਰਦੁਆਰੇ ਨੇ ਇਹ ਸਾਰੇ ਕੋਸ਼ਿਸ਼ ਕਰ ਰਹੇ ਨੇ। ਅੱਜ ਜਿਵੇਂ ਚਰਚਿਸ ਵਿਕ ਰਹੀਆਂ ਨੇ, ਨੌਜਵਾਨ ਵੀ ਅੱਗੇ ਨਹੀਂ ਆਣਗੇ ਤਾਂ ਗੁਰਦੁਆਰੇ ਵੀ ਖਾਲੀ ਹੋ ਰਹੇ ਹੋਣਗੇ। ਸੰਗਤ ਦੇ ਪੈਸੇ ਨੇ ਉਹ ਮਿਸਯੂਜ਼ ਹੁੰਦੇ ਨੇ। ਬੱਚਿਆਂ ਦੇ ਇਸ ਚੀਜ਼ ਦਾ ਅਸਰ ਹੁੰਦਾ ਜੀ ਉਹ ਮਤਲਬ ਜ਼ਿਆਦਾ ਇਨਵੋਲਵ ਨਹੀਂ ਹੋਣਾ ਚਾਹੁੰਦੇ। ਧਰਮ ਦੇ ਵਾਰਸ ਬਣੋ, ਹਾਂਜੀ, ਸਿੱਖੀ ਦੇ ਥੰਮ ਬਣੋ, ਲੋਕਾਂ ਨੂੰ ਐਜੂਕੇਟ ਕਰੋ ਕਿ ਅਸੀਂ ਕੌਣ ਆ। सत श्रीकाल, नमस्कार, आदाब। मैं हाँ भलिंदर सिंह विरमानी और जिस तरह मेरी हमेशा कोशिश रही है कि प्रोग्राम सिख हाई फ्लायर विच हमेशा हर हफ्ते एक अजिही शख्सियत नूं तुहाडे रूबरू किया जाए जो ना सिर्फ खुद बल्कि सिख धर्म नूं भी अगे लियाउण दे लई बुलंदियां ते पहुंचाउण दे लई अहम किरदार निभा रहे हैं। सो अज मैं पहुंचा होया विस्कॉन्सन दे बड़े ही सोहणे शहर विच ओक क्रीक ते मेरे नाल अज मेरा साथ दे रहे हैं सरदार बेअंत सिंह बोपराय साहब। बोपराय साहब बहुत बहुत स्वागत, बहुत बहुत धन्यवाद साडा ਵਰਮਾਨੀ ਸਾਹਿਬ ਸਾਡੇ ਨਾਲ ਆਪਣੀ ਗੁਫ਼ਤਗੂ ਕਰਨ ਦੇ ਲਈ ਔਰ ਸਾਨੂੰ ਆਪਣਾ ਕੀਮਤੀ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ। ਸੋ ਅੱਜ ਸਾਡੇ ਨਾਲ ਬੇਅੰਤ ਸਿੰਘ ਬੋਪਰਾਏ ਸਾਹਿਬ ਕਿਉਂ ਨੇ? ਕਿਉਂਕਿ ਤੁਹਾਨੂੰ ਦੱਸ ਦਈਏ ਕਿ ਬੜੇ ਹੀ ਸੋਹਣੇ ਸ਼ਹਿਰ ਵਿਸਕੌਨਸਨ ਦੇ ਓਕ ਕ੍ਰੀਕ ਵਿੱਚ ਬੜੇ ਹੀ ਸੋਹਣੇ ਐਂਟਰਪ੍ਰੈਨਿਓਰ ਨੇ ਸਰਦਾਰ ਬੇਅੰਤ ਸਿੰਘ ਜੀ। ਆਪਣੇ ਇਹਨਾਂ ਦੇ ਕਈ ਸਟੋਰਸ ਵੀ ਨੇ, ਬਹੁਤ ਟਰੱਕਿੰਗ ਐਸੋਸੀਏਸ਼ਨ ਨਾਲ ਵੀ ਜੁੜੇ ਹੋਏ ਨੇ, ਟਰੱਕਿੰਗ ਕੰਪਨੀ ਨਾਲ ਜੁੜੇ ਹੋਏ ਨੇ। ਸੋ ਇਹਨਾਂ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਕਿਉਂਕਿ ਸਟਰਗਲ ਹਰ ਕਿਸੇ ਦੀ ਆਪਣੀ ਹੁੰਦੀ ਹੈ, ਦੁੱਖ ਤਕਲੀਫਾਂ ਹਰ ਕਿਸੇ ਦੀਆਂ ਆਪਣੀਆਂ ਹੁੰਦੀਆਂ ਨੇ। ਇਹਨਾਂ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰੀਏ। ਸਭ ਤੋਂ ਪਹਿਲਾਂ ਤਾਂ ਸਿੰਘ ਸਾਹਿਬ ਜ਼ਰੂਰ ਜਾਣਨਾ ਚਾਹਾਂਗੇ ਅਮਰੀਕਾ ਦੀ ਧਰਤੀ 'ਤੇ ਕਦੋਂ ਪੈਰ ਰੱਖਿਆ ਤੇ ਕਿੱਥੋਂ ਆਏ? ਅਮਰੀਕਾ ਦੀ ਧਰਤੀ 'ਤੇ ਪੈਰ ਰੱਖਿਆ ਜੀ 1980 ਦਸੰਬਰ ਦੇ ਵਿੱਚ ਜੀ। ਹਾਂਜੀ, ਇੰਡੀਆ ਤੋਂ ਆਏ, ਕੈਲੀਫੋਰਨੀਆ ਲੈਂਡ ਕੀਤਾ, ਹਾਂਜੀ, ਉੱਥੋਂ ਫਿਰ ਇਹ ਜਰਨੀ ਸ਼ੁਰੂ ਹੋਈ। ਭਾਰਤ ਤੋਂ ਕਿੱਥੋਂ ਬਿਲੋਂਗ ਕਰਦੇ ਹੋ? ਗੁਰਦਾਸਪੁਰ ਡਿਸਟ੍ਰਿਕਟ ਜੀ, ਬਟਾਲੇ ਦੇ ਲਾਗੇ ਛੋਟਾ ਜਿਹਾ ਪਿੰਡ ਹੈ ਰਿਆਲੀ ਕਲਾਂ ਜੀ। ਪਰ ਇੱਥੇ ਆਉਣ ਦਾ ਸਬਬ ਕਿਵੇਂ ਬਣਿਆ? ਕੈਲੀਫੋਰਨੀਆ ਸਭ ਤੋਂ ਪਹਿਲਾਂ ਸਬਬ ਕਿਉਂ ਬਣਿਆ ਕਿ ਡਾਲਰਾਂ ਦੀ ਚਮਕ ਖਿੱਚ ਕੇ ਲੈ ਕੇ ਆਈ? ਹਾਂਜੀ, ਇਹ ਵੀ ਡਾਲਰਾਂ ਦੀ ਚਮਕ ਵੀ। ਬਾਕੀ ਤੁਹਾਨੂੰ ਪਤਾ ਕਿ ਪੂਰੇ ਇੰਡੀਆ ਦੇ ਵਿੱਚ ਹਰ ਇੱਕ ਨੂੰ ਜਿਹੜੇ ਨੌਜਵਾਨ ਨੇ ਕਰੇਜ ਹੁੰਦਾ ਕਿ ਬਾਹਰ ਜਾਈਏ ਜੀ। ਅਤੇ ਸਾਨੂੰ ਇਹ ਮਤਲਬ ਐਪਰਚੁਨਿਟੀ ਮਿਲੀ ਅਤੇ ਇਹ ਅੱਗੇ ਵੀਜ਼ਾ ਲੱਗਾ। ਉਸ ਤੋਂ ਬਾਅਦ ਉਦੋਂ ਉਸ ਟਾਈਮ 1980 ਦੇ ਵਿੱਚ ਜਿਹੜਾ ਸਾਰਾ ਸਿਸਟਮ ਸੀ ਜੀ, ਮਤਲਬ ਬੜਾ ਈਜੀ ਸੀ। ਹਾਂਜੀ, ਉਸ ਤੋਂ ਬਾਅਦ ਕਾਫੀ ਚੇਂਜਸ ਆਈਆਂ। ਸੋ ਜਦੋਂ ਅਸੀਂ ਉੱਥੋਂ ਮਤਲਬ ਵੀਜ਼ਾ ਲੈ ਕੇ ਮੇਰਾ ਦੋਸਤ ਸੀ, 2 ਜਾਣੇ ਸਾਂ। ਸੋ ਵੀ ਲੈਂਡਡ ਇਨ ਕੈਲੀਫੋਰਨੀਆ ਇਨ ਦਸੰਬਰ 1980। ਸੋ ਉਸ ਤੋਂ ਬਾਅਦ ਇੱਥੇ ਨਵੀਂ ਧਰਤੀ, ਨਵਾਂ ਮੁਲਕ, ਹਾਂਜੀ ਜੀ, ਨਵੀਂ ਲੈਂਗੁਏਜ, ਨਵਾਂ ਕਲਚਰ, ਸਾਰਾ ਕੁਛ ਸਿੱਖਿਆ। ਸੋ ਅੱਜ ਵੀ ਸਿੱਖ ਰਹੇ ਹਾਂ। ਹਾਂਜੀ, ਸਿੱਖਣ ਦਾ ਕੰਮ ਹੀ ਹੈ ਜੀ, ਪੂਰੀ ਉਮਰ ਸਿੱਖਣਾ ਹੀ ਹੈ। ਬਿਲਕੁਲ। ਪਰ ਬੇਅੰਤ ਸਿੰਘ ਜੀ ਜਦੋਂ ਇੱਥੇ ਲੈਂਡ ਹੋਏ ਜੀ, ਕਿਸ ਤਰ੍ਹਾਂ ਦੀਆਂ ਸਟਰਗਲ ਫੇਸ ਕੀਤੀਆਂ? ਕਿਉਂਕਿ ਇੱਥੇ ਕੀ ਨੌਕਰੀ ਪਹਿਲਾਂ ਮੌਜੂਦ ਸੀ ਜਾਂ ਕੁਝ ਹੋਰ ਕੰਮ ਕਰਨਾ ਸ਼ੁਰੂ ਕੀਤਾ, ਲੇਬਰ ਕੀਤੀ, ਕੀ ਕੁਝ ਕੀਤਾ ਡਾਲਰ ਕਮਾਉਣ ਦੇ ਲਈ? ਮੌਜੂਦ ਨਹੀਂ ਸੀ ਜੀ। ਹਾਂਜੀ, ਜਦੋਂ ਲੈਂਡ ਕੀਤਾ ਤੇ ਇਹ ਨਹੀਂ ਸੀ ਪਤਾ ਕਿ ਕਿੱਥੇ ਜਾਣਾ। ਹਾਂਜੀ, ਕੋਈ ਸਾਡਾ ਦੋਸਤ ਸੀ ਮਾੜੀ ਜੀ ਸਾਨੂੰ ਮਤਲਬ ਗਾਈਡ ਕਰਨ ਵਾਸਤੇ ਕਿ ਹਾਂਜੀ, ਉਹਨਾਂ ਨੂੰ ਫੋਨ ਕੀਤਾ, ਚਲੋ ਸਾਨੂੰ ਲੈ ਗਏ ਜੀ। ਹਾਂਜੀ, ਤੇ ਉਹਨਾਂ ਕੋਲ ਰਹੇ ਥੋੜ੍ਹੇ ਦਿਨ। ਸੋ ਉਹਨਾਂ ਨੇ ਜੋ ਵੀ ਕੀਤਾ ਮਤਲਬ ਬਹੁਤ ਵਧੀਆ ਕੀਤਾ। ਹਾਂਜੀ, ਹੀ ਡਿਡ ਹਿਜ਼ ਬੈਸਟ ਕਿਉਂ ਉਹ ਵੀ ਨਵੇਂ ਆਏ ਸੀ। ਹਾਂਜੀ ਜੀ ਜੀ। ਸੋ ਉਸ ਤੋਂ ਬਾਅਦ ਜਿਉਂ ਮਤਲਬ ਇਹ ਲਾਈਫ ਸ਼ੁਰੂ ਹੋਈ। ਸੋ ਪਿਛਲੇ ਆਲਮੋਸਟ 41 ਈਅਰਸ, 45 ਸਾਲ ਹੋ ਗਏ ਨੇ ਜੀ। ਅਤੇ ਇਹ ਮਤਲਬ ਅੱਜ ਵੀ ਸਿਸਟਮ ਚੱਲ ਰਿਹਾ। ਹਾਂਜੀ। ਪਰ ਜਦੋਂ ਬੇਅੰਤ ਸਿੰਘ ਜੀ ਇੱਥੇ ਅਮਰੀਕਾ 'ਚ ਪਹਿਲੀ ਵਾਰੀ ਲੈਂਡ ਹੋਏ, ਜੇਬ 'ਚ ਕਿੰਨੇ ਡਾਲਰ ਭਰ ਕੇ ਲਿਆਏ ਸੀ? ਬਹੁਤ ਜ਼ਿਆਦਾ ਡਾਲਰ ਨਹੀਂ ਸੀ, ਕੋਈ $500 ਸੀ। ਹਾਂਜੀ, ਅਤੇ 500 ਮੇਰੇ ਦੋਸਤ ਕੋਲ ਸੀ। ਹਾਂਜੀ, ਵੀ ਕੇਮ ਵਿਦ $500 ਐਂਡ ਵਨ ਬੈਕਪੈਕ। ਥੋੜ੍ਹੇ ਜਿਹੇ ਕੱਪੜੇ ਸੀ। ਹਾਂਜੀ, ਬਸ ਕੋਈ ਬਹੁਤ ਜ਼ਿਆਦਾ। ਹਾਂਜੀ, 500 ਤੋਂ 5 ਬਿਲੀਅਨ ਤੱਕ ਪਹੁੰਚਦੇ ਕਿੰਨਾ ਟਾਈਮ ਲੱਗਿਆ? ਇਹ ਜੀ 40 ਸਾਲ 41 ਸਾਲ ਲੱਗ ਗਏ ਨੇ। ਹਾਂਜੀ ਜੀ। ਹਾਂਜੀ,
ਸੋ ਇਹ ਆ ਕਿ ਲਾਈਫ ਦੇ ਵਿੱਚ ਬੜੀਆਂ ਅਪਸ ਐਂਡ ਡਾਊਨ ਆਈਆਂ ਜੀ, ਹਰ ਤਰ੍ਹਾਂ ਦੇ ਕੰਮ ਕੀਤੇ ਹਾਂਜੀ ਕਿਉਂਕਿ ਜਦੋਂ ਤੁਸੀਂ ਨਵੇਂ ਜਗ੍ਹਾ ਤੇ ਆਉਂਦੇ ਹੋ ਤੁਹਾਨੂੰ ਕਈ ਕੁਝ ਕਰਨਾ ਪੈਂਦਾ ਬਿਲਕੁਲ ਸੋ ਬਿਲਕੁਲ ਪਰਮਾਤਮਾ ਦੀ ਕਿਰਪਾ ਨਾਲ ਹਾਂਜੀ ਸੋ ਜਦੋਂ ਉਹਦੀ ਪਰਮਾਤਮਾ ਦੀ ਨਜ਼ਰ ਸਵੱਲੀ ਹੋਵੇ ਹਾਂਜੀ ਸੋ ਆਈ ਸਟਾਰਟ ਟਰੱਕਿੰਗ ਕੰਪਨੀ 1992 ਦੇ ਵਿੱਚ ਜੀ। ਹਾਂਜੀ ਹਾਰਡ ਟਰੱਕਿੰਗ ਕੰਪਨੀ ਟਰੱਕਿੰਗ ਦੇ ਵਿੱਚ ਕਿਉਂ ਆਏ, ਕਿਉਂ ਇਹਦਾ ਕੋਈ ਰੀਜ਼ਨ ਸੀਗਾ, ਖਾਸ ਰੀਜ਼ਨ ਸੀਗਾ? ਰੀਜਨ ਮੇਰਾ ਇੱਕ ਦੋਸਤ ਸੀ ਹਾਂਜੀ ਉਹ ਮੈਨੂੰ ਮਿਲਿਆ, ਮੈਂ ਕੋਈ ਜੌਬ ਕਰਦਾ ਸੀ, ਮੈਨੂੰ ਕਹਿੰਦੇ ਕਿ ਯਾਰ ਇਵੇਂ ਕਰ ਜਦੋਂ ਜੱਟਾਂ ਦੀ ਜ਼ਮੀਨ ਨਹੀਂ ਹੁੰਦੀ ਤੇ ਫਿਰ ਉਹ ਟਰੱਕ ਚਲਾਉਂਦੇ ਨੇ ਹਾਂਜੀ ਜੀ ਜੀ ਹਾਂਜੀ ਕਹਿੰਦੇ ਤੂੰ ਟਰੱਕ ਕਿਉਂ ਨਹੀਂ ਚਲਾ ਲੈਂਦਾ, ਠੀਕ ਠਾਕ ਪੈਸੇ ਨੇ ਹਾਂਜੀ ਮੈਂ ਕਿਹਾ ਜੀ ਮੈਨੂੰ ਟਰੱਕਿੰਗ ਬਾਰੇ ਕੋਈ ਨੌਲੇਜ ਨਹੀਂ ਉਹਨਾਂ ਨੇ ਮੈਨੂੰ ਗਾਈਡ ਕੀਤਾ ਕਿ ਮੇਰੇ ਨਾਲ ਚੱਲ ਹਾਂਜੀ ਸੋ ਦੈਟਸ ਹਾਊ ਆਈ ਸਟਾਰਟਡ ਮਤਲਬ ਸੈਡਲੀ ਹੀ ਪੈਸਡ ਅਵੇ ਆਫਟਰ 3-4 years ਸੋ ਸੌਰੀ ਹਾਂਜੀ ਮੇਰਾ ਖਿਆਲ 95 ਦੀ 96 ਦੀ ਗੱਲ ਆ ਜੀ ਸੋ ਦੈਟਸ ਹਾਊ ਆਈ ਸਟਾਰਟਡ ਹਾਂਜੀ ਉਸ ਤੋਂ ਬਾਅਦ ਮਤਲਬ ਸਟਰਗਲ ਸ਼ੁਰੂ ਹੋਇਆ ਅਪਸ ਐਂਡ ਡਾਊਨ ਸੋ ਵੀ ਡਿਡ ਵੈਲ ਇਨ ਦ ਟਰੱਕਿੰਗ ਹਾਂਜੀ ਬਿਲਕੁਲ ਠੀਕ ਹੈ ਲੇਕਿਨ ਕਿਤੇ ਨਾ ਕਿਤੇ ਜ਼ਰੂਰ ਮਨ 'ਚ ਮਲਾਲ ਹੁੰਦਾ ਹੈ ਕਿ ਪੰਜਾਬ ਦੀ ਧਰਤੀ ਤੋਂ ਦੂਰ ਹੋ ਗਿਆ ਮੈਂ ਜਾਂ ਹੁਣ ਮੈਨੂੰ ਵਾਪਸ ਜਾਣਾ ਚਾਹੀਦਾ, ਇੰਨੇ ਸਾਲ ਹੋ ਗਏ ਜਾਂ ਠੀਕ ਹੈ ਹੁਣ ਅਮਰੀਕਾ ਹੀ ਸਭ ਕੁਝ ਹੈ। ਠੀਕ ਹੈ ਜੀ ਆਪਣੀ ਮਤਲਬ ਜਿਹੜੀ ਮਦਰਲੈਂਡ ਆ ਉਹਨੂੰ ਭੁੱਲ ਤਾਂ ਨਹੀਂ ਸਕਦੇ, ਉਹਦੇ ਨਾਲ ਸਾਡੇ ਰੂਟਸ ਨੇ ਹਾਂਜੀ ਪੰਜਾਬ ਦੇ ਨਾਲ ਇੰਡੀਆ ਦੇ ਨਾਲ ਜੀ ਉੱਥੇ ਜਾਈਦਾ ਹਾਂਜੀ ਸੋ ਜਿਹੜਾ ਪਿਆਰ ਆ ਉਹ ਮਤਲਬ ਅੱਜ ਵੀ ਬਣਿਆ ਪਰ ਇਹ ਆ ਕਿ ਹੁਣ ਇੱਥੇ ਬੱਚੇ ਵੀ ਇੱਥੇ ਜੰਪਲ ਨੇ ਸਾਰਾ ਕੁਝ ਇੱਥੇ ਆ ਹਾਂਜੀ ਸੋ ਹੁਣ ਇਹ ਕਿ ਵਾਪਸ ਜਾਣ ਵਾਲਾ ਹੋਣਾ ਜੀ ਕੋਈ ਸਬਬ ਨਹੀਂ ਹੈਗਾ ਬਿਲਕੁਲ ਠੀਕ ਹੈ। ਪਰ ਸਟਾਰਟਿੰਗ ਡੇਜ਼ ਵਿੱਚ ਕਿਹੜੇ ਕੰਮ ਨੂੰ ਸਭ ਤੋਂ ਜ਼ਿਆਦਾ ਤੁਸੀਂ ਪਸੰਦ ਕੀਤਾ ਕਿ ਹਾਂ ਮੈਂ ਇਹ ਵਾਲਾ ਕੰਮ ਵੀ ਕੀਤਾ ਜਾਂ ਉਹ ਵਾਲਾ ਕੰਮ ਵੀ ਕੀਤਾ? ਕਿਉਂਕਿ ਇੱਥੇ ਮੈਂ ਬਹੁਤ ਸਾਰੇ ਲੋਕਾਂ ਨਾਲ ਜਦੋਂ ਮਿਲਦਾ ਕਈ ਲੋਕੀ ਕਹਿੰਦੇ ਅਸੀਂ ਗੈਸ ਸਟੇਸ਼ਨ ਤੇ ਗੈਸ ਵੀ ਭਰਨ ਦਾ ਕੰਮ ਕੀਤਾ ਹੈਗਾ, ਸ਼ਰਾਬ ਵੀ ਵੇਚੀਆਂ ਨੇ, ਡਿਲੀਵਰੀਆਂ ਵੀ ਕੀਤੀਆਂ, ਪੀਜ਼ਾ ਡਿਲੀਵਰੀ ਵੀ ਕੀਤੀਆਂ ਔਰ ਕਿਉਂਕਿ ਇਹ ਸਟਰਗਲ ਹੈ ਸਾਰੀ। ਤੁਹਾਡੀ ਸਟਾਰਟਿੰਗ ਡੇਜ਼ ਕਿਸ ਤਰ੍ਹਾਂ ਦੇ ਬੀਤੇ? ਮੇਰਾ ਜਿਹੜੇ ਸਟਾਰਟਿੰਗ ਡੇਜ਼ ਸੀ ਮੈਂ ਜਦੋਂ ਕੈਲੀਫੋਰਨੀਆ ਆਇਆ ਜੀ ਤੇ ਉੱਥੇ ਜਿਹੜੇ ਮੇਰੇ ਦੋਸਤ ਨੇ ਉਹਨਾਂ ਦੇ ਰਿਲੇਟਿਵ ਸੀ ਉਹਨਾਂ ਦੇ ਕੋਲ ਫਾਰਮ ਸੀ ਜੀ ਉਹ ਮੇਰੇ 2 ਇੰਡੀਅਨ ਸੀ ਉਸ ਟਾਈਮ ਤੇ ਹਾਂਜੀ ਜਿਹਨਾਂ ਕੋਲ ਫਾਰਮ ਸੀ ਤੇ ਉੱਥੇ ਉਹ ਕੰਮ ਕਰਦੇ ਸੀ। ਅਸੀਂ 2 ਦਿਨ ਉਹਨਾਂ ਦੇ ਨਾਲ ਗਏ ਤੇ ਸਾਨੂੰ ਠੀਕ ਨਹੀਂ ਲੱਗਾ ਹਾਂਜੀ ਫਿਰ ਉਸ ਤੋਂ ਬਾਅਦ ਕੋਈ ਉਹਨਾਂ ਦੇ ਜਾਣਨ ਵਾਲੇ ਸੀ ਉਹਨਾਂ ਕੋਲ ਗੈਸ ਸਟੇਸ਼ਨ ਸੀ ਉਸ ਟਾਈਮ ਕੈਲੀਫੋਰਨੀਆ ਦੇ ਵਿੱਚ ਸੈਲਫ ਸਰਵਿਸ ਹੁੰਦੀ ਸੀ ਤੁਸੀਂ ਗੈਸ ਵੀ ਪਾਉਣੀ ਸਾਰਾ ਕੁਝ ਕਰਨਾ ਦੈਟਸ ਹਾਊ ਆਈ ਸਟਾਰਟਡ ਦੈਟ ਵਾਸ ਆਈ ਲਰਨਡ ਐਵਰੀਥਿੰਗ ਹਾਂਜੀ ਇਟ ਟੁਕ ਅ ਟਾਈਮ ਸੋ ਮੈਂ ਇਕੱਲਾ ਹੀ ਸਾਂ ਮੈਨੂੰ 2 ਸਾਲ ਕੋਈ ਇੰਡੀਅਨ ਬੰਦਾ ਇੱਥੇ ਨਹੀਂ ਮਿਲਿਆ ਜੀ ਹਾਂਜੀ ਜੀ ਸੋ ਬੜਾ ਮਤਲਬ ਟਫ ਸੀ ਹਾਂਜੀ I was 21 years old 22 years old so that's how I start from the gas station pumping gas providing full service ਜੀ ਜੀ ਹਾਂਜੀ ਬਿਲਕੁਲ ਠੀਕ ਹੈ। ਇਹ ਤਾਂ ਤੁਹਾਡੀ ਪਰਸਨਲ ਲਾਈਫ ਦੀ ਗੱਲ ਰਹੀ ਲੇਕਿਨ ਜਦੋਂ ਅਸੀਂ ਸਿੱਖੀ ਦਾ ਮੁਕਾਮ ਦੇਖਦੇ ਹਾਂ 1980 ਤੋਂ ਲੈ ਕੇ ਅੱਜ 2022 ਤਕਰੀਬਨ 42 ਸਾਲ ਹੋ ਗਏ ਤੁਹਾਨੂੰ ਅਮਰੀਕਾ ਨੂੰ ਦੇਖਦੇ ਹੋਏ ਜੀ ਤੁਹਾਨੂੰ ਲੱਗ ਰਿਹਾ ਕਿ ਸਿੱਖੀ ਦਾ ਮੁਕਾਮ ਉੱਪਰ ਉੱਠਿਆ ਅਮਰੀਕਾ ਵਿੱਚ? ਕਿਉਂਕਿ ਜੇਕਰ ਅਸੀਂ ਕੈਨੇਡਾ ਦੀ ਧਰਤੀ ਵੱਲ ਦੇਖਦੇ ਹਾਂ ਕੈਨੇਡਾ ਦੀ ਧਰਤੀ ਵਿੱਚ ਇਸ ਸਮੇਂ ਤੱਕ ਪਾਰਲੀਮੈਂਟ ਦੇ ਅੰਦਰ ਵੀ ਸਾਡੇ ਸਿੱਖ ਪਹੁੰਚ ਚੁੱਕੇ ਨੇ ਬਿਲਕੁਲ ਸਿੱਖ ਔਰਤਾਂ ਵੀ ਪਹੁੰਚੀਆਂ ਸਿੱਖ ਮਰਦ ਤਾਂ ਪਹੁੰਚੀ ਨੇ ਲੇਕਿਨ ਅਗਰ ਅਸੀਂ ਅਮਰੀਕਾ ਦੀ ਦੇਖਦੇ ਹਾਂ ਧਰਤੀ ਅਮਰੀਕਾ ਦੀ ਕੈਪੀਟਲ ਹਿੱਲ ਵਿੱਚ ਹਲੇ ਕੋਈ ਵੀ ਸਾਨੂੰ ਸਿੱਖ ਬੰਦਾ ਨਹੀਂ ਦਿਖਾਈ ਦਿੰਦਾ ਮੇਨ ਸਟ੍ਰੀਮ ਪੋਲਿਟਿਕਸ ਵਿੱਚ। ਕੁਝ ਲੋਕਾਂ ਨੇ ਮੇਅਰ ਦੀ ਚੋਣ ਜਿੱਤੀ ਹੈਗੀ ਹੈ ਕਮਿਸ਼ਨਰਸ ਬਣੇ ਨੇ ਲੇਕਿਨ ਜਦੋਂ ਅਸੀਂ ਮੇਨ ਸਟ੍ਰੀਮ ਦੀ ਗੱਲ ਕਰਦੇ ਹਾਂ ਉੱਥੇ ਸਾਡਾ ਕੋਈ ਵੀ ਬਸ਼ਿੰਦਾ ਪਹੁੰਚਦਾ ਨਹੀਂ ਵਿਖਾਈ ਦਿੱਤਾ। ਕਿੰਨਾ ਕੁ ਮੁਕਾਮ ਬਦਲਦੇ ਵੇਖਿਆ ਤੁਸੀਂ? ਇਹ ਦੇਖੋ ਜੀ ਅੱਜ ਤੋਂ 30-40 ਸਾਲ ਪਿੱਛੇ ਜਾਓ ਤਾਂ ਜਿਹੜੀ ਸਾਡੀ ਐਗਜ਼ਿਸਟੈਂਸ ਸੀ ਬਹੁਤ ਘੱਟ ਸੀ ਕਿਉਂਕਿ ਆਪਣੀ ਕਮਿਊਨਿਟੀ ਬਹੁਤ ਘੱਟ ਸੀ ਜੀ। ਜਦੋਂ 80 ਦੇ ਵਿੱਚ ਥੋੜ੍ਹੇ ਜਿਹੇ ਪੰਜਾਬ ਦੇ ਹਾਲਾਤ ਖਰਾਬ ਹੋਏ ਨੇ ਇੰਡੀਆ ਦੇ ਤੇ ਲੋਕ ਆਉਣੇ ਸ਼ੁਰੂ ਹੋਏ ਨੇ ਸੋ ਸਿੱਖ ਕਮਿਊਨਿਟੀ ਅਮਰੀਕਾ ਜਾਣੀ ਸ਼ੁਰੂ ਹੋਈ ਆ ਜੀ। ਹੁਣ ਹਰ ਸਿਟੀ ਦੇ ਵਿੱਚ ਬੈਠੀ ਆ ਜਿਹੜੀ ਨਵੀਂ ਜਨਰੇਸ਼ਨ ਆ ਕੋਈ ਬੱਚੇ ਅੱਗੇ ਆ ਰਹੇ ਨੇ ਹਾਂਜੀ ਪਰ ਬਹੁਤ ਘੱਟ ਨੇ ਸੋ ਇਹ ਆ ਕਿ ਮਤਲਬ ਟਾਈਮ ਪਾ ਕੇ ਇੱਕ ਸਾਡੀ ਕਮਿਊਨਿਟੀ ਬਹੁਤ ਘੱਟ ਹੈ। ਸਿੱਖੀ ਨੂੰ ਪਛਾਣਨਾ ਸ਼ੁਰੂ ਕੀਤਾ ਲੋਕਾਂ ਨੇ ਕਿ ਸਿੱਖ ਧਰਮ ਕੀ ਹੈ ਦਸਤਾਰ ਦੀ ਪਛਾਣ ਕੀ ਹੈ ਕਿਉਂਕਿ ਸਾਨੂੰ ਸਿੱਖਾਂ ਨੂੰ ਬਹੁਤ ਦੂਜੇ ਧਰਮਾਂ ਨਾਲ ਜੋੜ ਕੇ ਵੇਖਿਆ ਜਾਂਦਾ ਹੈ ਕਿ ਅੱਜ ਗੋਰਿਆਂ ਨੂੰ ਜਾਂ ਹੋਰਨਾਂ ਨੂੰ ਪਤਾ ਚੱਲਿਆ ਕਿ ਸਿੱਖ ਧਰਮ ਔਰ ਹੋਰਨਾਂ ਧਰਮਾਂ ਦੀ ਜਿਹੜੀ ਦਸਤਾਰ ਹੈ ਇਹਦੇ ਵਿੱਚ ਫਰਕ ਹੈ। ਇਹ ਜੀ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਅਜੇ ਤੱਕ ਨਹੀਂ ਪਤਾ ਹਾਂਜੀ ਇਹਨਾਂ ਨੇ ਕੁਝ ਆਰਗੇਨਾਈਜੇਸ਼ਨ ਨੇ ਉਹਨਾਂ ਨੇ ਸਰਵੇ ਕਰਾਇਆ ਸੀ ਤੇ ਉੱਥੋਂ ਪਤਾ ਲੱਗਾ ਕਿ ਜਿਹੜੇ 95% ਅਮਰੀਕਨ ਨੇ ਦੇ ਹੈਵ ਨੋ ਆਈਡੀਆ ਹੂ ਦ ਸਿੱਖਸ ਆਰ ਜੀ ਹਾਂਜੀ ਜੀ। ਸੋ ਹੁਣ ਸਲੋਲੀ ਹੌਲੀ ਜਦੋਂ 9/11 ਜਦੋਂ ਸਾਡੇ ਇੱਥੇ ਗੋਲੀ ਕਾਂਡ ਹੋਇਆ ਹਾਂਜੀ ਉਹ ਕ੍ਰੀਕ ਦੇ ਵਿੱਚ ਉਸ ਤੋਂ ਬਾਅਦ ਕਾਫੀ ਅਵੇਅਰਨੈਸ ਆਈ ਹਾਂਜੀ ਸੋ ਓਵਰਆਲ ਮਤਲਬ ਅੱਗੇ ਨਾਲੋਂ ਥੋੜਾ ਫਰਕ ਪੈ ਰਿਹਾ ਪਰ ਸਟਿਲ ਵੀ ਹੈਵ ਲੌਂਗ ਵੇ ਟੂ ਗੋ। ਬਿਲਕੁਲ ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਕਿ ਹੁਣੀ ਸਿੰਘ ਸਾਹਿਬ ਨੇ ਗੱਲ ਕੀਤੀ ਹੈ ਕਿ ਉਹ ਕ੍ਰੀਕ ਵਿੱਚ ਗੋਲੀ ਕਾਂਡ ਹੋਇਆ। ਤੁਹਾਨੂੰ ਦੱਸ ਦਈਏ ਕਿ 2012 ਅਗਸਤ ਦਾ ਉਹ ਮਹੀਨਾ ਸੀ ਜਦੋਂ ਵਿਸਕੌਨਸਨ ਦੇ ਉਹ ਕ੍ਰੀਕ ਸ਼ਹਿਰ ਜਿੱਥੇ ਅੱਜ ਅਸੀਂ ਮੌਜੂਦ ਹਾਂ ਇੱਥੇ ਬੜਾ ਹੀ ਸੋਹਣਾ ਇੱਕ ਗੁਰਦੁਆਰਾ ਸਾਹਿਬ ਹੈ ਦ ਸਿੱਖ ਟੈਂਪਲ ਆਫ ਵਿਸਕੌਨਸਨ
ਉੱਥੇ ਅਗਸਤ 2012 ਵਿੱਚ ਬਹੁਤ ਹੀ ਬੁਰੀ ਤਰ੍ਹਾਂ ਨਾਲ ਇੱਕ ਗੋਰੇ ਵੱਲੋਂ ਗੋਲੀਬਾਰੀ ਨੂੰ ਅੰਜਾਮ ਦਿੱਤਾ ਗਿਆ ਸੀ, ਜਿਸ ਵਿੱਚ ਤਕਰੀਬਨ 7 ਲੋਕ ਮਾਰੇ ਗਏ ਸਨ। 7 ਸਾਡੇ ਸਿੱਖ ਭਾਈਚਾਰੇ ਦੇ ਲੋਕ ਮਾਰੇ ਗਏ ਸਨ, ਕਿਉਂਕਿ ਗੁਰਦੁਆਰਾ ਸਾਹਿਬ ਦੇ ਅੰਦਰ ਗੋਲੀਬਾਰੀ ਹੋਈ ਸੀ ਅਤੇ ਫਿਰ ਕਈ ਲੋਕ ਜ਼ਖਮੀ ਵੀ ਹੋਏ ਸਨ। ਅੱਜ ਵੀ ਸੰਤਾਪ ਜਿਹੜਾ ਹੈਗਾ ਲੋਕ ਭੁਗਤ ਰਹੇ ਨੇ। ਕਿਤੇ ਨਾ ਕਿਤੇ ਅਸੀਂ ਨਸਲੀ ਹਮਲੇ ਦੇ ਲਗਾਤਾਰ ਸ਼ਿਕਾਰ ਹੋ ਰਹੇ ਹਾਂ। ਉਹ ਵੀ ਇੱਕ ਹਮਲਾ ਜਿਹੜਾ ਸੀਗਾ ਨਸਲੀ ਹਮਲਾ ਹੀ ਸੀਗਾ ਕਿਤੇ ਨਾ ਕਿਤੇ, ਕਿਉਂਕਿ ਖਬਰਾਂ ਹਮੇਸ਼ਾ ਇਹ ਆਈਆਂ ਕਿ ਉਸਨੇ ਹੋਰਨਾਂ ਕਮਿਊਨਿਟੀ ਦਾ ਸਮਝ ਕੇ ਸਾਡੇ ਤੇ ਵਾਰ ਕੀਤਾ। ਹਾਂਜੀ ਬਿਲਕੁਲ ਜੀ, ਹਾਂਜੀ। ਉਹ ਮਤਲਬ ਜੋ FBI ਦੀ ਰਿਪੋਰਟ ਸੀ ਜਾਂ ਕੁਛ ਵੀ ਸੀ, ਹਾਂਜੀ, ਸੋ ਉਸ ਨੂੰ ਸਿੱਖਾਂ ਬਾਰੇ ਕੁਛ ਨੌਲੇਜ ਨਹੀਂ ਸੀ ਉਸ ਬੰਦੇ ਨੂੰ। ਹਾਂਜੀ ਜੀ, ਜਿਵੇਂ ਤੁਸੀਂ ਕਿਹਾ ਕਿ ਮਤਲਬ ਉਹ ਕੁਛ ਹੋਰ ਕਾਰਨ ਕਰਕੇ ਉਹਨੇ ਸੋਚਿਆ ਕਿ ਜਿਹੜੇ ਸਿੱਖ ਨੇ ਇੱਕ ਹੋਰ ਰਿਲੀਜਨ ਨੂੰ ਬਿਲੋਂਗ ਕਰਦੇ ਨੇ। ਹਾਂਜੀ ਜੀ, ਜੇ ਸ਼ਾਇਦ ਹੋ ਸਕਦਾ ਜੇ ਉਹਨੂੰ ਨੌਲੇਜ ਹੁੰਦਾ ਤੇ ਇਹ ਕੰਮ ਕਰਨਾ ਨਹੀਂ ਹੁੰਦਾ। ਤੁਸੀਂ ਉਸ ਸਮੇਂ ਕੀ ਮੌਜੂਦ ਸੀਗੇ ਇਸ ਸ਼ਹਿਰ ਵਿੱਚ ਜਾਂ ਕਿਤੇ ਗਏ ਹੋਏ ਸੀ? ਬਿਲਕੁਲ ਜੀ, ਹਾਂਜੀ। ਮੇਰੀ ਵਾਈਫ ਜਿਹੜੀ ਆ ਉਸ ਟਾਈਮ ਪਾਰਕਿੰਗ ਲਾਟ ਦੇ ਵਿੱਚ ਸੀ ਜਦੋਂ 2 ਸੀਤਾ ਸਿੰਘ ਨੂੰ ਤੇ ਰਣਜੀਤ ਸਿੰਘ ਨੂੰ ਗੋਲੀਆਂ ਲੱਗੀਆਂ ਨੇ ਜੀ। ਇਹਦੀ ਗੱਡੀ ਦੇ ਅੱਗੋਂ ਦੀ ਲੰਘ ਕੇ ਜਿਹੜਾ ਉਹ, ਮੈਂ ਉਹਦਾ ਨਾਂ ਨਹੀਂ ਲਊਂਗਾ ਬੰਦੇ ਦਾ, ਉਹ ਅੱਗੋਂ ਦੀ ਲੰਘ ਕੇ ਗਿਆ। ਇਹਨੇ ਗੱਡੀ ਪਾਰਕ ਨਹੀਂ ਸੀ ਕੀਤੀ, ਸੋ ਸ਼ੀ ਇਜ਼ ਲੱਕੀ ਸ਼ੀ ਸਰਵਾਈਵ। ਸਿਰਫ ਉਹਨੇ ਦਸਤਾਰਾਂ ਦੇਖੀਆਂ ਕਿ ਦਸਤਾਰ ਵਾਲੇ ਬੰਦੇ ਨੇ ਉਹਨਾਂ ਦੇ ਸਾਹਮਣੇ ਗੋਲੀ ਮਾਰੀ ਹੈ। ਸ਼ੀ ਹੈਡ ਅ ਪ੍ਰੋਬਲਮ, ਸ਼ੀ ਕੁਡਨਟ ਸਲੀਪ ਫॉर 2 months, ਸ਼ੀ ਹੈਡ ਅ ਟਰਾਮਾ। ਸੋ ਇਹ ਉਹਨਾਂ ਦੇ ਅੱਖਾਂ ਦੇ ਸਾਹਮਣੇ ਗੋਲੀ ਮਾਰੀ ਹੋਈ। ਬਿਲਕੁਲ, ਹਾਂਜੀ। ਤੇ ਉਸ ਤੋਂ ਬਾਅਦ ਮੈਂ ਸ਼ਾਵਰ ਲੈ ਰਿਹਾ ਸਾਂ, ਮੈਨੂੰ ਜਦੋਂ ਕਾਲ ਆਈ ਮੇਰੀ ਵਾਈਫ ਦੀ ਕਿ ਗੁਰਦੁਆਰੇ ਗੋਲੀ ਚੱਲ ਗਈ ਜੀ, ਸੋ ਵਿਦਨ ਲਾਈਕ 5 minutes ਮੈਂ ਉੱਥੇ 10 ਮਿੰਟ ਦੇ ਵਿੱਚ ਪਹੁੰਚ ਗਿਆ। ਗੁਰਦੁਆਰਾ ਸਾਹਿਬ ਬਹੁਤ ਜ਼ਿਆਦਾ ਦੂਰ ਨਹੀਂ, ਸੋ ਆਈ ਹੈਵ ਸੀਨ ਐਵਰੀਥਿੰਗ ਵਿਦ ਮਾਈ ਓਨ ਆਈਜ਼, ਸੋ ਵੀ ਵੈਂਟ ਥਰੂ, ਬਿਲਕੁਲ ਕਮਿਊਨਿਟੀ ਵੈਂਟ ਥਰੂ। ਬਿਲਕੁਲ। ਲੇਕਿਨ ਉਸ ਤੋਂ ਬਾਅਦ ਦਾ ਜਿਹੜਾ ਹਾਲ ਸੀਗਾ, ਹਾਂਜੀ, ਕਿੰਨੇ ਸਮੇਂ ਬਾਅਦ ਤੁਸੀਂ ਗੁਰਦੁਆਰਾ ਸਾਹਿਬ ਵਿੱਚ ਗਏ ਔਰ ਜਿਹੜਾ ਪਹਿਲਾਂ ਤੁਸੀਂ ਦੇਖਿਆ ਦਿੱਖ ਸੀਗੀ ਉਹ ਕਿਸ ਤਰ੍ਹਾਂ ਦੀ ਸੀਗੀ? ਉਹ ਜਿਹੜਾ ਸੀਨ ਸੀ ਕਿ ਆਈ ਕੈਨ ਡਿਸਕ੍ਰਾਈਬ ਯੂ, ਹਾਂਜੀ, ਕਿ ਬੜਾ ਮਤਲਬ ਦਰਦਨਾਕ ਸੀ। ਜਦੋਂ ਅਸੀਂ ਇੱਥੋਂ ਉੱਥੇ ਪਹੁੰਚੇ ਹਾਂ ਅਤੇ ਪੁਲਿਸ ਉੱਥੇ ਆ ਚੁੱਕੀ ਸੀ। ਹਾਂਜੀ, ਉਹਨਾਂ ਨੇ ਸਾਰਾ ਗੁਰਦੁਆਰਾ ਸੀਲ ਕਰਤਾ ਸੀ, ਜਿਹੜੇ ਬੰਦੇ ਅੰਦਰ ਸੀ, ਜਿਹੜੇ ਫੱਟੜ ਪਏ ਸੀ। ਹਾਂਜੀ, ਫਿਰ ਜਿੰਨੀਆਂ ਵੀ ਐਨਫੋਰਸਮੈਂਟ, ਹਾਂਜੀ, ਪੁਲਿਸ ਜੀ, FBI, ਸਭ ਜਿਹੜੇ ਡਿਪਾਰਟਮੈਂਟ, ਮੀਡੀਆ ਆਉਣਾ ਸ਼ੁਰੂ ਹੋ ਗਿਆ। ਸੋ ਇਟ ਵਾਜ਼ ਰੀਅਲੀ ਮਤਲਬ ਸੈਡ ਸੀਨ। ਅਤੇ 3-4 ਮੇਰਾ ਖਿਆਲ 4 ਦਿਨ ਮਤਲਬ ਉਹਨਾਂ ਦੇ ਅੰਡਰ ਆ ਸਾਰਾ ਕੁਛ, ਜੋ ਬੰਦੇ ਸ਼ਹੀਦ ਜਿਹੜੇ ਜਿਨ੍ਹਾਂ ਦੀ ਡੈਥ ਹੋਈ ਆ। ਹਾਂਜੀ, ਸੋ 4 ਦਿਨ ਉੱਥੇ ਉਹਨਾਂ ਦੇ ਅੰਡਰ ਆ, ਦੂਸਰਾ FBI ਦੇ ਜੀ। ਉਹਨਾਂ ਨੇ ਐਤਵਾਰ ਨੂੰ ਇਹ ਇੰਸੀਡੈਂਸ ਹੋਇਆ, ਵੀਰਵਾਰ ਨੂੰ ਜਾ ਕੇ ਸਾਨੂੰ, ਮੇਰਾ ਖਿਆਲ ਵੀਰਵਾਰ ਦਾ ਟਾਈਮ ਦਿਨ ਸੀ ਜਦੋਂ ਸਾਨੂੰ ਗੁਰਦੁਆਰਾ ਵਾਪਸ ਮਤਲਬ ਮਿਲਿਆ ਜੀ। ਪਰ ਉਦੋਂ ਜਦੋਂ ਅਸੀਂ ਅੰਦਰ ਗਏ, ਜਦੋਂ ਪਹਿਲੀ ਵਾਰੀ ਅੰਦਰ ਗਏ ਤਾਂ ਕੀ ਗੁਰਦੁਆਰੇ ਵਿੱਚ ਕੋਈ ਐਸੀ ਚੀਜ਼ਾਂ ਸੀਗੀਆਂ ਜੋ ਤੁਹਾਨੂੰ ਹਾਲੇ ਵੀ ਦਰਦਨਾਕ ਚੀਜ਼ਾਂ ਤੁਹਾਨੂੰ ਯਾਦ ਹੋਣ? ਇਟ ਵਾਜ਼ ਵੈਰੀ ਇੰਟੈਂਸ ਮਤਲਬ ਸੀਨ। ਅੱਜ ਵੀ ਜਿਹੜਾ ਸੀਨ ਆ ਉਹ ਮੈਨੂੰ ਮਤਲਬ ਸਾਹਮਣੇ ਦੇਖਿਆ ਕਿ ਕਿਵੇਂ ਉੱਥੇ ਮਤਲਬ ਲੋਕ ਡਰਦੇ ਸੀ, ਫੀਅਰ ਸੀ, ਨਹੀਂ ਸੀ ਜਾਂਦੇ। ਸਾਨੂੰ ਜਾਣਾ ਪੈਂਦਾ ਸੀ, ਹਾਂਜੀ, ਕਿਉਂਕਿ ਮਤਲਬ ਅਸੀਂ ਇਨਵਾਲਵ ਸਾਂ। ਹਾਂਜੀ, ਅਤੇ ਪਰ ਇਹ ਆ ਕਿ ਮਤਲਬ that was really ਮਤਲਬ ਦਰਦਨਾਕ ਸੀਨ। ਪਰ ਉਸ ਤੋਂ ਬਾਅਦ ਹੌਲੀ ਹੌਲੀ ਹੁਣ ਲੋਕਾਂ ਨੇ ਜਾਣਾ ਸ਼ੁਰੂ ਕੀਤਾ ਹੈਗਾ। ਅੱਜ ਬਹੁਤ ਸੋਹਣੀ ਸੰਗਤ ਵੀ ਪੜਦੀ ਹੈ, ਬਹੁਤ ਸੋਹਣਾ ਕੀਰਤਨ ਸਮਾਗਮ ਵੀ ਹੁੰਦੇ ਨੇ। ਪਰ ਤੁਹਾਨੂੰ ਲੱਗਦਾ ਹੈ ਕਿ ਅੱਜ ਜਿਹੜੀਆਂ ਸਿੱਖ ਆਰਗੇਨਾਈਜੇਸ਼ਨਸ ਕੰਮ ਕਰ ਰਹੀਆਂ ਨੇ ਆਪਣੇ ਆਪਣੇ ਤਰੀਕੇ ਨਾਲ, ਇਹ ਦੱਸਣ ਦੇ ਲਈ ਕਿ ਸਿੱਖ ਧਰਮ ਕੀ ਹੈ, ਸਿੱਖ ਧਰਮ ਦੀ ਆਪਣੀ ਵੱਖਰੀ ਪਛਾਣ ਕੀ ਹੈ, ਕੀ ਉਸ ਵਿੱਚ ਅਸੀਂ ਕਾਮਯਾਬ ਹੋ ਪਾਏ ਹਾਂ? ਲੋਕਾਂ ਨੂੰ ਪਤਾ ਚੱਲ ਰਿਹਾ ਜਾਂ ਹਾਲੇ ਵੀ ਅਸੀਂ ਪਿੱਛੇ ਹਾਂ? ਹਾਂਜੀ, ਕੁਛ ਕੁ ਮਤਲਬ ਫਰਕ ਪਿਆ ਜੀ। ਹਾਂਜੀ, ਵੀ ਅਚੀਵ ਨਾਟ ਹੋਲ ਲਾਟ, ਬਟ ਥੋੜ੍ਹਾ ਬਹੁਤਾ ਅਚੀਵ ਕੀਤਾ। ਸੋ ਵੀ ਸਟਿਲ ਤੁਹਾਨੂੰ ਜਿਵੇਂ ਕਿਹਾ ਕਿ ਮਤਲਬ ਵੀ ਸਟਿਲ ਹੈਵ ਲੌਂਗ ਵੇ ਟੂ ਗੋ। ਜਿਹੜਾ ਮਤਲਬ ਰੇਸਿਜ਼ਮ ਆ ਜੀ, ਹਾਂਜੀ, ਉਹ ਖਤਮ ਹੋਣਾ ਬੜਾ ਮੁਸ਼ਕਿਲ ਆ। ਹਾਂਜੀ, ਸੋ ਸਾਨੂੰ ਕਿਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਨੇ? ਕੋਸ਼ਿਸ਼ਾਂ ਬਸ ਇਹ ਹੈ, ਮਤਲਬ ਬੜੀਆਂ ਆਰਗੇਨਾਈਜੇਸ਼ਨ ਜਿਹੜੀਆਂ ਕਰ ਰਹੀਆਂ ਨੇ, ਗੁਰਦੁਆਰੇ 'ਚ ਸਾਰੇ ਨੌਜਵਾਨ ਨੇ ਉਹ ਵੀ ਕਰ ਰਹੇ ਨੇ। ਹਰ ਇੱਕ ਬੰਦਾ ਕੋਸ਼ਿਸ਼ ਕਰ ਰਿਹਾ ਲੋਕਾਂ ਨੂੰ ਐਜੂਕੇਟ ਕਰਨ ਦੀ ਕਿ ਅਸੀਂ ਜਿਹੜੇ ਸਿੱਖ ਹਾਂ, ਅਸੀਂ ਸਾਡਾ ਜਿਹੜਾ ਰਿਲੀਜਨ ਆ ਬੜੇ ਪੀਸਫੁਲ ਲੋਕ ਆ। ਹਾਂਜੀ ਜੀ, ਪੀਸ ਲਿਵਿੰਗ ਲੋਕ ਆ। ਸੋ ਪਰ ਇਹ ਆ ਕਿ ਮਤਲਬ ਇਟਸ ਵੈਰੀ ਹਾਰਡ, ਬੜਾ ਮੁਸ਼ਕਿਲ ਆ। ਹਾਂਜੀ, ਲੋਕ ਮਤਲਬ ਕਿਹੜਾ ਕਿਸੇ ਨੂੰ ਮਤਲਬ ਮੰਨਣ ਨੂੰ ਤਿਆਰ ਆ। ਹਾਂਜੀ, ਤੁਹਾਨੂੰ ਪਤਾ ਹੀ ਅਮਰੀਕਾ ਦੇ ਵਿੱਚ ਆਏ ਦਿਨ ਇੱਥੇ ਕੋਈ ਨਾ ਕੋਈ ਇਨਸੀਡੈਂਸ ਹੁੰਦਾ। ਹਾਂਜੀ ਜੀ। ਸੋ ਇਹ ਆ ਕਿ ਮਤਲਬ ਜਿਹੜਾ ਫੀਅਰ ਆ ਉਹ ਹੈਗਾ, ਸਾਡੇ ਅਜੇ ਵੀ ਸਿਕਿਉਰਿਟੀ ਆ ਗੁਰਦੁਆਰਾ ਸਾਹਿਬ ਦੇ ਵਿੱਚ। ਸੋ ਇਹ ਆ ਕਿ ਮਤਲਬ ਉਹ ਜਿਹੜੀ ਚੀਜ਼ ਆ ਉਹ ਮਤਲਬ ਸਟਿਲ ਮਤਲਬ ਐਗਜ਼ਿਸਟ ਕਰਦੀ ਆ, ਉਹ ਮਤਲਬ ਜਗ੍ਹਾ ਹੀ ਨਹੀਂ ਲੋਕਾਂ ਦੇ ਮਨਾਂ ਦੇ ਵਿੱਚ ਕਿ ਕੁਛ ਹੋ ਸਕਦਾ। ਜੀ, ਇਟ ਕੈਨ ਹੈਪਨ ਐਨੀਵੇਅਰ, ਐਨੀਥਿੰਗ। ਬਿਲਕੁਲ ਠੀਕ ਗੱਲ ਹੈ। ਪਰ ਕਿਤੇ ਨਾ ਕਿਤੇ ਜਿਹੜੇ ਗੁਰਦੁਆਰੇ ਸਾਹਿਬਾਨ ਨੇ ਉਹਨਾਂ ਦਾ ਫਰਜ਼ ਬਣਦਾ ਹੈ ਕਿ ਉਹ ਵੀ ਆਪਣੇ ਵੱਲੋਂ ਹਮਲੇ ਮਾਰਨ, ਉਹ ਵੀ ਆਪਣੇ ਵੱਲੋਂ ਕੋਸ਼ਿਸ਼ਾਂ ਕਰਨ, ਕਿਉਂਕਿ ਕੋਸ਼ਿਸ਼ਾਂ ਹੁੰਦੀਆਂ ਵੀ ਨੇ ਕਿ ਗੁਰਦੁਆਰਾ ਸਾਹਿਬ ਵਿੱਚ ਜਦੋਂ ਕੋਈ ਸਮਾਗਮ ਹੁੰਦਾ, ਕੋਈ ਇਵੈਂਟ ਹੁੰਦਾ, ਤਾਂ ਜਿਹੜੇ ਇੱਥੋਂ ਦੇ ਗਵਰਨਰਸ ਨੇ ਜਾਂ ਮੇਅਰਸ ਨੇ
ਗੋਰੇ ਨੇ ਜਿਹੜੇ ਉਹ ਆਉਂਦੇ ਨੇ ਔਰ ਦੇਖਦੇ ਨੇ ਕਿ ਸਿੱਖ ਕਮਿਊਨਿਟੀ ਕਿੰਨੀ ਪਿਆਰ ਭਰੀ ਕਮਿਊਨਿਟੀ ਹੈਗੀ ਹੈ, ਸ਼ਾਂਤ ਸੁਭਾਅ ਵਾਲੀ ਕਮਿਊਨਿਟੀ ਹੈਗੀ ਹੈ, ਦੂਸਰਿਆਂ ਦੀ ਸੇਵਾ ਕਰਨ ਵਾਲੀ ਕਮਿਊਨਿਟੀ ਹੈਗੀ ਹੈ, ਤਾਂ ਉਹਨਾਂ ਵੱਲੋਂ ਵੀ ਇੱਕ ਮੈਸੇਜ ਜਿਹੜਾ ਕਨਵੇ ਹੁੰਦਾ ਬਹੁਤ ਚੰਗਾ ਹੁੰਦਾ। ਹੁਣ ਉਹਨਾਂ ਨੂੰ ਵੀ ਪਤਾ ਕਿ ਸਿੱਖਾਂ ਦੀਆਂ ਵੋਟਾਂ ਵੀ ਹੁਣ ਕਾਊਂਟ ਹੁੰਦੀਆਂ ਨੇ, ਬਿਲਕੁਲ ਹਾਂਜੀ, ਠੀਕ ਹੈ, ਸਿੱਖਾਂ ਨੂੰ ਨਾਲ ਲੈ ਕੇ ਚੱਲਣਗੇ, ਸਿੱਖ ਧਰਮ ਦੇ ਜਿਹੜੇ ਲੋਕਾਂ ਨੂੰ ਨਾਲ ਲੈ ਕੇ ਚੱਲਣਗੇ ਤਾਂ ਉਹਨਾਂ ਨੂੰ ਵੋਟਾਂ ਵੀ ਪੈਣਗੀਆਂ। ਪਰ ਕਿਤੇ ਨਾ ਕਿਤੇ ਲੋਕਾਂ ਵਿੱਚ ਹਲੇ ਵੀ ਦੇਖਿਆ ਜਾਂਦਾ ਹੈ ਕਿ ਸਿੱਖ ਧਰਮ ਬਾਰੇ ਹਲੇ ਜ਼ਿਆਦਾ ਜਾਣਕਾਰੀ ਨਹੀਂ ਹੈ। ਉਸ ਜਾਣਕਾਰੀ ਨੂੰ ਪਹੁੰਚਾਉਣ ਦੇ ਲਈ ਸਾਨੂੰ ਕਿਹੋ ਜਿਹੇ ਕਦਮ ਚੁੱਕਣ ਦੀ ਜ਼ਰੂਰਤ ਹੈ? ਇਹੋ ਜੀ ਇੱਕ ਤਾਂ ਮਤਲਬ ਜਿਹੜੇ ਸਿੱਖਾਂ ਨੂੰ ਪੋਲਿਟਿਕਸ ਵਿੱਚ ਆਉਣ ਦੀ ਜ਼ਰੂਰਤ ਹੈ ਹਾਂਜੀ ਜੀ, ਕਿਉਂਕਿ ਅੱਜ ਕੱਲ੍ਹ ਮੀਡੀਆ ਦਾ ਯੁੱਗ ਆ, ਜਦੋਂ ਤੁਸੀਂ ਟੀਵੀ ਤੇ ਦੇਖਦੇ ਹੋ ਕਿ ਇਹ ਸਿੱਖ ਚਿਹਰਾ, ਫਿਰ ਉਹਨਾਂ ਨੂੰ ਪਤਾ ਲੱਗਦਾ ਕਿ ਸਿੱਖ ਕੌਣ ਨੇ ਹਾਂਜੀ। ਸੋ ਇਹ ਆ ਕਿ ਮਤਲਬ ਜਿਵੇਂ ਬਹੁਤ ਸਾਰੀਆਂ ਆਰਗੇਨਾਈਜੇਸ਼ਨ ਨੇ ਸਾਡੀਆਂ, ਸਿੱਖ ਕੋਲੀਸ਼ਨ, ਸੈਲਡੇਵ, ਅਮਰੀਕਨ ਸਿੱਖ ਐਸੋਸੀਏਸ਼ਨ ਹਾਂਜੀ ਜੀ, ਸੋ ਹੋਰ ਵੀ ਬੜੀਆਂ ਨੇ, ਉਹ ਜਿਹੜੇ ਗੁਰਦੁਆਰੇ ਨੇ ਇਹ ਸਾਰੇ ਕੋਸ਼ਿਸ਼ ਕਰ ਰਹੇ ਨੇ ਕਿ ਲੋਕਾਂ ਨੂੰ ਐਜੂਕੇਟ ਕੀਤਾ ਜਾਵੇ, ਆਪਣੇ ਧਰਮ ਬਾਰੇ ਲੋਕਾਂ ਨੂੰ ਦੱਸਿਆ ਜਾਵੇ ਕਿ ਅਸੀਂ ਕੌਣ ਹਾਂ। ਬਿਲਕੁਲ ਬਿਲਕੁਲ ਚੰਗੀ ਗੱਲ ਹੈ, ਤੁਸੀਂ ਬਹੁਤ ਸਹੀ ਤੁਸੀਂ ਲੀਕ ਫੜੀ ਹੈ, ਕਿਉਂਕਿ ਪੋਲਿਟਿਕਸ ਵਿੱਚ ਜਿਵੇਂ ਅਸੀਂ ਮੈਂ ਪਹਿਲਾਂ ਵੀ ਕਿਹਾ ਕਿ ਲੋਕ ਨਹੀਂ ਜਾ ਪਾ ਰਹੇ, ਕਿਉਂਕਿ ਕਿਤੇ ਨਾ ਕਿਤੇ ਸਿੱਖ ਧਰਮ ਦੇ ਜਿਹੜੇ ਪੋਲੀਟੀਸ਼ੀਅਨਸ ਨੇ ਉਹ ਨਹੀਂ ਹੈਗੇ ਹੈ, ਸਿਰਫ ਪੋਲਿਟਿਕਸ ਜਿਹੜੀ ਹੁੰਦੀ ਹੈ ਗੁਰਦੁਆਰੇ ਤੱਕ ਹੀ ਸੀਮਿਤ ਰਹਿ ਗਈ ਹੈ। ਇਸ ਨੂੰ ਕਿੰਨਾ ਕੁਝ ਜਾਇਜ਼ ਸਮਝਦੇ ਹੋ ਤੁਸੀਂ? ਇਹ ਜੀ ਹੁਣ ਜਿਹੜੀ ਨਵੀਂ ਜਨਰੇਸ਼ਨ ਆ ਹਾਂਜੀ, ਹੁਣ ਅਮਰੀਕਾ ਜਿਹੜੀਆਂ ਸਾਡੀਆਂ ਫੈਮਲੀਆਂ ਹੁੰਦੀਆਂ ਨੇ, ਵੀ ਰੈਦਰ ਗੋ ਇਨਟੂ ਬਿਜ਼ਨਸ ਟੂ ਮੇਕ ਅ ਡਾਲਰ ਦੈਨ ਗੋ ਇਨਟੂ ਲਾਈਕ ਪਬਲਿਕ ਸਰਵਿਸ, ਜਾਂ ਕੋਈ ਮਤਲਬ ਕਮਿਊਨਿਟੀ ਦਾ ਕੰਮ ਬਹੁਤ ਘੱਟ ਲੋਕ ਕਰਦੇ ਨੇ ਅੱਜ ਕੱਲ੍ਹ ਹਾਂਜੀ ਜੀ। ਜਿਹੜੀ ਸੇਵਾ ਭਾਵਨਾ ਸੀ ਸਿੱਖਾਂ ਦੇ ਵਿੱਚ, ਉਹ ਜਿਹੜੀ ਆ ਉਹ ਮਤਲਬ ਕੋਈ ਘੱਟਦੀ ਦਿਸ ਰਹੀ ਆ ਅਮਰੀਕਾ 'ਚ। ਅੱਜ ਤੁਸੀਂ ਕੈਨੇਡਾ 'ਚ ਜਾਓ ਤੇ ਉੱਥੇ ਜਿਹੜੇ ਪੋਲਿਟਿਕਸ ਦੇ ਵਿੱਚ ਹੀ ਆਪਣੇ ਕਾਫੀ ਲੋਕ ਨੇ ਹਾਂਜੀ, ਉਹਨਾਂ ਨੂੰ ਕੈਨੇਡਾ ਦੇ ਲੋਕਾਂ ਨੂੰ ਸਿੱਖਾਂ ਬਾਰੇ ਬਹੁਤ ਜ਼ਿਆਦਾ ਪਤਾ, ਪਰ ਅਮਰੀਕਾ ਦੇ ਵਿੱਚ ਉਹ ਚੀਜ਼ ਨਹੀਂ ਹੈਗੀ ਹੈ। ਬਿਲਕੁਲ ਸਹੀ ਤੁਸੀਂ ਕਿਹਾ, ਲੇਕਿਨ ਅੱਜ ਥਾਂ ਥਾਂ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੋ ਰਹੇ ਨੇ। ਅਸੀਂ ਲੋਕਾਂ ਨੂੰ ਤਾਂ ਨਹੀਂ ਦੱਸ ਰਹੇ ਕਿ ਅਸੀਂ ਕੌਣ ਹਾਂ, ਲੇਕਿਨ ਥਾਂ ਥਾਂ ਗੁਰਦੁਆਰੇ ਜ਼ਰੂਰ ਸੁਸ਼ੋਭਿਤ ਹੋ ਰਹੇ ਨੇ 10-10 ਮਿੰਟ ਦੀ ਗੈਪ ਤੇ। ਬਿਲਕੁਲ ਹਾਂਜੀ, ਇਸ ਦਾ ਕੀ ਕਾਰਨ ਸਮਝਦੇ ਹੋ ਤੁਸੀਂ ਕਿ ਵਾਕਈ ਉਸ ਥਾਂ ਤੇ ਗੁਰਦੁਆਰਾ ਸਾਹਿਬ ਦੀ ਜ਼ਰੂਰਤ ਹੈ? ਮੈਂ ਇਹ ਨਹੀਂ ਕਹਿੰਦਾ ਕਿ ਗੁਰਦੁਆਰਾ ਸਾਹਿਬ ਨਹੀਂ ਖੁੱਲ੍ਹਣੇ ਚਾਹੀਦੇ, ਪਰ ਤੁਹਾਨੂੰ ਲੱਗਦਾ ਹੈ ਕਿ ਉਹ ਵਾਕਈ ਜ਼ਰੂਰਤ ਹੁੰਦੀ ਹੈ ਗੁਰਦੁਆਰਾ ਸਾਹਿਬਾਨਾਂ ਦੀ? ਇਹ ਜੀ ਜੋ ਦੇਖਣ 'ਚ ਆਇਆ ਕਿ ਮਤਲਬ ਗੁਰਦੁਆਰਾ ਸਾਹਿਬ ਦੀ ਜ਼ਰੂਰਤ ਹੁੰਦੀ ਵੀ ਹੈ, ਜਿੱਥੇ ਜ਼ਰੂਰਤ ਹੈ ਉੱਥੇ ਬਣਨਾ ਚਾਹੀਦਾ। ਕਈ ਦਫਾ ਕੀ ਹੁੰਦਾ ਕਿ ਮਤਲਬ ਜਿਹੜੇ ਆਪਣੇ ਆਪਸੀ ਮਤਭੇਦ ਉਹਨਾਂ ਕਰਕੇ ਗੁਰਦੁਆਰੇ ਬਣ ਜਾਂਦੇ ਨੇ ਹਾਂਜੀ, ਅਤੇ ਉਹਦੇ ਮਤਲਬ ਉੱਥੇ ਜਿਹੜੀ ਪਬਲਿਕ ਆਪਣੇ ਕਮਿਊਨਿਟੀ ਦੇ ਪੈਸੇ ਵੀ ਅਤੇ ਮਤਲਬ ਜਿਹੜੇ ਨੇ ਉਹ ਵੀ ਪੈਸਾ, ਗੁਰਦੁਆਰਾ ਪੈਸੇ ਨਾਲ ਬਣਨਾ ਹਾਂਜੀ ਬਿਲਕੁਲ। ਸੋ ਕਮਿਊਨਿਟੀ ਜਿਹੜੀ ਡਿਵੀਜ਼ਨ ਪੈ ਜਾਂਦੀ ਆ ਜਾਂ ਇਹੋ ਜਿਹੀਆਂ ਚੀਜ਼ਾਂ ਨੇ ਹਾਂਜੀ, ਇਹ ਜਿਹੜੀ ਆ ਇਹ ਸਾਨੂੰ ਕਾਫੀ ਟਾਲ ਆ ਰਹੀ ਆ ਹਰ ਜਗ੍ਹਾ ਹਾਂਜੀ। ਆਮ ਗੁਰਦੁਆਰਿਆਂ ਦੇ ਵਿੱਚ ਵੇਖੀਦਾ ਕਿ ਮਤਲਬ ਜਿਹੜਾ ਆਪਣੇ ਦੂਸਰਾ ਸਟਰਗਲ ਆ ਜੀ ਹਾਂਜੀ, ਜਿਹੜੇ ਇਹਦੇ ਵਾਸਤੇ ਆਪਣੇ ਪਰ ਕਿਤੇ ਨਾ ਕਿਤੇ ਜ਼ਰੂਰ ਇਹ ਦੇਖਿਆ ਜਾਂਦਾ ਹੈ ਕਿ ਨੌਜਵਾਨ ਜਿਹੜਾ ਹੈਗਾ ਮੈਨੇਜਮੈਂਟ ਦਾ ਪਾਰਟ ਬਣਨ ਲਈ ਤਿਆਰ ਨਹੀਂ ਹੈ। ਉਹ ਕਹਿੰਦਾ ਕਿ ਤੁਸੀਂ ਸਾਡੀ ਸੇਵਾ ਲਗਾ ਦਿਓ, ਵਲੰਟੀਅਰ ਦੇ ਤੌਰ ਤੇ ਅਸੀਂ ਸੇਵਾ ਕਰਨ ਦੇ ਲਈ ਤਿਆਰ ਹਾਂ, ਲੇਕਿਨ ਜਦੋਂ ਅਸੀਂ ਕਹਿੰਦੇ ਹਾਂ ਕਿ ਆ ਕੇ ਮੈਨੇਜਮੈਂਟ ਸੰਭਾਲੋ, ਪ੍ਰੈਜ਼ੀਡੈਂਟ ਬਣੋ, ਵਾਈਸ ਪ੍ਰੈਜ਼ੀਡੈਂਟ ਬਣੋ, ਟ੍ਰੈਜਰਰ ਬਣੋ, ਟਰਸਟੀ ਬਣੋ, ਚੇਅਰਮੈਨ ਬਣੋ, ਲੇਕਿਨ ਉਹ ਕਹਿੰਦਾ ਕਿ ਨਹੀਂ ਅਸੀਂ ਨਾ ਵਲੰਟੀਅਰ ਦੇ ਤੌਰ ਤੇ ਕਰ ਲਾਂਗੇ, ਮੈਨੇਜਮੈਂਟ ਦਾ ਪਾਰਟ ਨਹੀਂ ਬਣਾਂਗੇ। ਇਹਦੇ ਪਿੱਛੇ ਕੀ ਕਾਰਨ ਮੰਨਦੇ ਹੋ ਤੁਸੀਂ? ਇਹ ਆ ਜੀ ਬੱਚਿਆਂ ਦੇ ਦੇਰ ਇਜ਼ ਕਮਿਊਨੀਕੇਸ਼ਨ ਗੈਪ ਹਾਂਜੀ, ਜਿਹੜੇ ਬੱਚੇ ਨੇ ਉਹਨਾਂ ਨੂੰ ਅੱਗੇ ਲਿਆਉਣਾ ਚਾਹੀਦਾ ਹਾਂਜੀ। ਜਿਹੜੇ ਪੁਰਾਣੇ ਬੰਦੇ ਨੇ ਗੁਰਦੁਆਰਿਆਂ 'ਚ ਇਨਵਾਲਵ ਨੇ ਜੀ, ਉਹ ਆਪਣਾ ਹੋਲਡ ਨਹੀਂ ਛੱਡਣਾ ਚਾਹੁੰਦੇ ਹਾਂਜੀ। ਅਸੀਂ ਆਮ ਹੀ ਦੇਖਦੇ ਹਾਂ ਕਿ ਗੁਰਦੁਆਰਿਆਂ ਦੇ ਵਿੱਚ ਕਿ ਇਲੈਕਸ਼ਨ ਹੁੰਦੀਆਂ ਨੇ, ਜਿਹੜੇ ਸੰਗਤ ਦੇ ਪੈਸੇ ਨੇ ਉਹ ਮਿਸਯੂਜ਼ ਹੁੰਦੇ ਨੇ, ਹਜ਼ਾਰਾਂ ਡਾਲਰ ਜਾਂ ਲੱਖਾਂ ਡਾਲਰ ਜਿਹੜੇ ਨੇ ਉਹ ਮਤਲਬ ਇਲੈਕਸ਼ਨ ਦੇ ਉੱਤੇ ਲੱਗਦੇ ਨੇ, ਅਤੇ ਇਹ ਹੈ ਕਿ ਜੋ ਬੱਚੇ ਦੇਖਦੇ ਨੇ ਫਿਰ ਬੱਚਿਆਂ 'ਤੇ ਇਸ ਚੀਜ਼ ਦਾ ਅਸਰ ਹੁੰਦਾ ਜੀ, ਉਹ ਮਤਲਬ ਜ਼ਿਆਦਾ ਇਨਵਾਲਵ ਨਹੀਂ ਹੋਣਾ ਚਾਹੁੰਦੇ। ਬਿਲਕੁਲ, ਜਾਂਦੇ ਕੀ ਕਹਿਣਾ ਚਾਹੋਗੇ ਬੱਚਿਆਂ ਨੂੰ, ਉਸ ਯੂਥ ਨੂੰ ਕੀ ਮੈਸੇਜ ਕਨਵੇ ਕਰਨਾ ਚਾਹੋਗੇ? ਕਿਉਂਕਿ ਅੱਜ ਜੇਕਰ ਉਹ ਅੱਗੇ ਨਹੀਂ ਆਉਣਗੇ ਤਾਂ ਕਿਤੇ ਨਾ ਕਿਤੇ ਅੱਜ ਜਿਵੇਂ ਚਰਚਿਸ ਵਿਕ ਰਹੀਆਂ ਨੇ, ਖਾਲੀ ਹੋ ਰਹੀਆਂ ਨੇ, ਕਿਤੇ ਨਾ ਕਿਤੇ ਇਹ ਵੀ ਸਮਾਂ ਆਏਗਾ ਜਦੋਂ ਗੁਰਦੁਆਰਿਆਂ ਵਿੱਚ ਬਜ਼ੁਰਗ ਨਹੀਂ ਸੰਭਾਲਣਗੇ ਸੱਤਾ, ਔਰ ਕਿਤੇ ਨਾ ਕਿਤੇ ਨੌਜਵਾਨ ਵੀ ਅੱਗੇ ਨਹੀਂ ਆਉਣਗੇ ਤਾਂ ਗੁਰਦੁਆਰੇ ਵੀ ਖਾਲੀ ਹੋ ਰਹੇ ਹੋਣਗੇ। ਬਿਲਕੁਲ, ਜਾਂਦੇ ਕੀ ਕਹਿਣਾ ਚਾਹੋਗੇ ਯੂਥ ਨੂੰ? ਮੇਰੀ ਤਾਂ ਇਹ ਬੇਨਤੀ ਆ ਯੂਥ ਅੱਗੇ ਕਿ ਤੁਸੀਂ ਗੁਰਦੁਆਰਿਆਂ ਦੇ ਵਿੱਚ ਅੱਗੇ ਆਓ, ਅਤੇ ਇਹ ਅੱਗੇ ਪੋਲੀਟਿਕਸ ਦੇ ਵਿੱਚ ਵੀ ਆਓ। ਸੋ ਜਿਹੜੇ ਇੱਥੋਂ ਦੇ ਲੋਕ ਨੇ ਉਹਨਾਂ ਨੂੰ ਸਾਡੇ ਰਿਲੀਜਨ ਬਾਰੇ, ਸਾਡੇ ਧਰਮ ਬਾਰੇ ਪਤਾ ਲੱਗ ਸਕੇ। ਸੋ ਇਹ ਆ ਕਿ ਮਤਲਬ ਇਹ ਬੜੀ ਮਤਲਬ ਜ਼ਰੂਰੀ ਚੀਜ਼ ਆ ਜੀ ਯੂਥ ਵਾਸਤੇ ਅੱਗੇ ਆਉਣਾ। ਸੋ ਮੈਂ ਇਹੋ ਹੀ ਗੁਜ਼ਾਰਿਸ਼ ਕਰਦਾ ਕਿ ਜਿਹੜੇ ਨੌਜਵਾਨ ਬੱਚੇ ਨੇ ਆਪਣੇ ਧਰਮ ਦੇ ਵਾਰਸ ਬਣੋ ਹਾਂਜੀ, ਸਿੱਖੀ ਦੇ ਥੰਮ ਬਣੋ, ਅਤੇ ਇਹ ਆ ਕਿ ਮਤਲਬ ਆਪਣੇ ਸਿੱਖੀ ਦਾ ਪ੍ਰਚਾਰ ਕਰੋ, ਲੋਕਾਂ ਨੂੰ ਐਜੂਕੇਟ ਕਰੋ ਕਿ ਅਸੀਂ ਕੌਣ ਆ,
ਤੇ ਜਿਹੜੇ ਇਹੋ ਜਿਹੇ ਇਨਸੀਡੈਂਟਸ ਹੁੰਦੇ ਨੇ ਉਹ ਮਤਲਬ ਘਟ ਜਾਣ। ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਬਿਆਨ ਸਿੰਘ ਜੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ, ਕਿਉਂਕਿ ਬੜੇ ਬੇਬਾਕੀ ਨਾਲ ਤੁਸੀਂ ਇਹਦੇ ਸਵਾਲਾਂ ਦੇ ਜਵਾਬ ਦਿੱਤੇ ਨੇ ਔਰ ਬੜਾ ਜ਼ਰੂਰੀ ਹੋ ਜਾਂਦਾ ਹੈ ਜਦੋਂ ਇੱਕ ਤਜਰਬੇਕਾਰ ਜਿਹੜਾ ਸ਼ਖਸ ਹੁੰਦਾ ਹੈ ਉਹ ਅੱਗੇ ਆਏ ਔਰ ਯੂਥ ਨੂੰ ਇੱਕ ਰਾਹ ਦਿਖਾਏ, ਬਹੁਤ ਜ਼ਰੂਰੀ ਹੁੰਦਾ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਸੋ ਇਹ ਸਨ ਸਰਦਾਰ ਬੇਅੰਤ ਸਿੰਘ ਬੋਪਰਾਏ ਸਾਹਿਬ, ਜਿਨ੍ਹਾਂ ਨੇ ਸਾਫ਼ ਤੌਰ ਤੇ ਇਸ ਗੱਲ ਵੱਲ ਇਸ਼ਾਰਾ ਜ਼ਰੂਰ ਕੀਤਾ ਹੈ ਕਿ ਯੂਥ ਜਿਹੜਾ ਹੈ ਜ਼ਰੂਰ ਇਸ ਸਮੇਂ ਗੁਰਦੁਆਰਿਆਂ ਤੋਂ ਦੂਰ ਹੈਗਾ, ਪਰ ਯੂਥ ਦੀ ਜ਼ਰੂਰਤ ਵੀ ਹੈ। ਜਿਵੇਂ ਗੱਲਾਂ ਬਾਤਾਂ 'ਚ ਜ਼ਿਕਰ ਕੀਤਾ ਸੀ ਕਿ ਚਰਚ ਅੱਜ ਅਮਰੀਕਾ ਵਿੱਚ, ਕੈਨੇਡਾ ਵਿੱਚ ਵਿਕ ਰਹੀਆਂ ਨੇ, ਇਹ ਸਮਾਂ ਨਾ ਆਏ ਕਿ ਗੁਰਦੁਆਰੇ ਵੀ ਖਾਲੀ ਹੋਣ, ਕਿਉਂਕਿ ਚਰਚ ਇਸ ਲਈ ਵਿਕ ਰਹੀਆਂ ਨੇ, ਗਿਰਜਾਘਰ ਇਸ ਲਈ ਵਿਕ ਰਹੇ ਨੇ ਕਿਉਂਕਿ ਉਹਨਾਂ ਨੂੰ ਸੰਭਾਲਣ ਵਾਲਾ ਕੋਈ ਨਹੀਂ ਹੈ। ਕਮਿਊਨਿਟੀ ਬਹੁਤ ਜ਼ਬਰਦਸਤ ਹੈ ਉਹਨਾਂ ਦੀ, ਕੋਈ ਕਮਿਊਨਿਟੀ ਵਿੱਚ ਘਾਟ ਨਹੀਂ ਹੈ, ਸਾਡੇ ਤੋਂ ਕਿਤੇ ਜ਼ਿਆਦਾ ਨੇ ਉਹ, ਪਰ ਫਿਰ ਵੀ ਉਹਨਾਂ ਦੇ ਗਿਰਜਾਘਰ ਅੱਜ ਵਿਕਣ ਦੀ ਕਗਾਰ 'ਤੇ ਨੇ ਔਰ ਵਿਕ ਵੀ ਰਹੇ ਨੇ। ਪਰ ਗੁਰਦੁਆਰੇ ਸਾਡੇ ਨਾ ਵਿਕਣ, ਗੁਰਦੁਆਰਿਆਂ ਵਿੱਚ ਸੰਗਤਾਂ ਦਾ ਹਜੂਮ ਉਸੇ ਤਰ੍ਹਾਂ ਦਾ ਹੁੰਦਾ ਰਹੇ, ਗੁਰਬਾਣੀ ਦਾ ਜਿਹੜਾ ਪ੍ਰਚਾਰ ਪ੍ਰਸਾਰ ਹੈ ਉਸੇ ਹੁੰਦਾ ਰਹੇ, ਪੰਜਾਬੀ ਭਾਸ਼ਾ ਜਿਹੜੀ ਹੈ ਸਾਡੀ ਪ੍ਰਫੁੱਲਤ ਹੋਵੇ, ਇਹ ਸਾਡੀ ਜ਼ਰੂਰਤ ਹੈ, ਕਿਉਂਕਿ ਨੌਜਵਾਨ ਅੱਗੇ ਆਏਗਾ ਤਾਂ ਹੀ ਇਹ ਸਭ ਕੁਝ ਮੁਮਕਿਨ ਹੈ। ਫਿਲਹਾਲ ਅੱਜ ਸਾਡੇ ਨਾਲ ਸਨ ਸਰਦਾਰ ਬੇਅੰਤ ਸਿੰਘ ਬੋਪਰਾਏ ਸਾਹਿਬ, ਜਿਨ੍ਹਾਂ ਨੂੰ ਅਸੀਂ ਮਿਲ ਕੇ ਕਿਹਾ ਸਿੱਖ ਹਾਈ ਫਲਾਇਰ। ਅਗਲੇ ਹਫ਼ਤੇ ਇੱਕ ਹੋਰ ਸ਼ਖਸ ਨਾਲ ਤੁਹਾਡੇ ਰੂਬਰੂ ਹੋਵਾਂਗੇ। ਫਿਲਹਾਲ ਮੈਨੂੰ ਯਾਨੀ ਭਲੰਦਰ ਸਿੰਘ ਵਿਰਮਾਨੀ ਨੂੰ ਦਿਓ ਇਜਾਜ਼ਤ। ਧੰਨਵਾਦ।